ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਅੱਜ ਆਪਾਂ ਗੁਰਦੇਵ ਜੀ ਦੀ ਬਖਸ਼ਿਸ਼ ਅਨੁਸਾਰ ਇੱਕ ਸ਼ਬਦ ਵਿਚਾਰ ਕਰਾਂਗੇ, ਜਿਵੇਂ ਕਿ ਸਾਡੀ ਅਰਦਾਸ ਵਿੱਚ ਆਉਂਦਾ ਹੈ, ਭਰੋਸਾ ਦਾਨ। ਭਰੋਸਾ ਦਾਨ ਕੀ ਹੁੰਦਾ ਹੈ? ਗੁਰਮਤਿ ਮਨੋਵਿਗਿਆਨ ਭਰੋਸੇ ਦਾ ਅਰਥ ਕਰਦਾ ਹੈ ਸ਼ੁਭ ਆਸਾ। ਸ਼ੁਭ ਆਸ਼ਾ, ਆਸ਼ਾ ਦੇ ਵਿੱਚੋਂ ਸ਼ੁਭ ਆਸ਼ਾ ਦਾ ਹਿਰਦੇ ਵਿੱਚ ਪੈਦਾ ਹੋ ਜਾਣ ਨੂੰ ਭਰੋਸਾ ਕਿਹਾ ਜਾਂਦਾ ਹੈ। ਅਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਭਰੋਸੇ ਦੀ ਡੈਫੀਨੇਸ਼ਨ ਸਾਨੂੰ ਗੁਰਬਾਣੀ ਵਿੱਚ ਦਿੱਤੀ। ਉਹ ਕਹਿੰਦੇ ਨੇ ਕਿ ਬਲ ਛੁੱਟ ਗਿਓ। ਬਲ ਮਤਲਬ ਭਰੋਸਾ, ਛੁੱਟ ਗਿਓ, ਛੁੱਟਦਾ ਜਾਂਦਾ ਸੀਗਾ। ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਬਲ ਕਦੋਂ ਛੁੱਟਕਦਾ? ਜਦੋਂ ਤੇਰਾ ਭਰੋਸਾ ਡੋਲਦਾ ਆ। ਬਲ ਛੁੱਟ ਗਿਓ, ਬੰਧਨ ਪਰੇ। ਬੰਧਨ ਦਾ ਮਤਲਬ ਜੰਜੀਰ ਪੈ ਜਾਂਦੀ ਹੈ। ਬੰਧਨ ਦਾ ਮਤਲਬ ਕੈਦ ਪੈ ਜਾਂਦੀ ਹੈ। ਬੰਧਨ ਦਾ ਮਤਲਬ ਜਦੋਂ ਅਸੀਂ ਨੈਗੇਟਿਵ ਸੋਚਾਂ ਦੀ ਪਕੜ ਵਿੱਚ ਆ ਜਾਂਦੇ ਹਾਂ। ਬਲ ਛੁੱਟ ਗਿਓ, ਬਲ ਦਾ ਛੁੱਟ ਜਾਣਾ, ਭਾਵ ਕਿ ਭਰੋਸੇ ਦਾ ਖੀਣ ਹੋਣ ਲੱਗ ਜਾਣਾ, ਭਰੋਸੇ ਦਾ ਟੁੱਟਣ ਲੱਗ ਜਾਣਾ। ਅਤੇ ਸਾਨੂੰ ਸਾਡੇ ਮਹਾਰਾਜ ਨੇ ਇੱਕ ਸ਼ਬਦ ਦਿੱਤਾ ਕਿ ਦੀਨ ਦਿਆਲ ਭਰੋਸੇ ਤੇਰੇ। ਹੇ ਵਾਹਿਗੁਰੂ, ਦੀਨ ਦਿਆਲ। ਦੀਨ ਹੁੰਦਾ ਜਦੋਂ ਅਸੀਂ ਆਪਦੇ ਆਪ ਨੂੰ ਇਹ ਮੰਨੀਏ ਕਿ ਪਰਮਾਤਮਾ ਅਸੀਂ ਦੀਨ ਹਾਂ। ਦੀਨ ਦਾ ਮਤਲਬ ਆ ਅਸੀਂ ਗਰੀਬ ਹਾਂ, ਅਸੀਂ ਕਮਜ਼ੋਰ ਹਾਂ, ਪਰ ਮੈਂ ਭਰੋਸਾ ਪਰਮਾਤਮਾ ਜੀ ਆਪ ਜੀ ਦੇ ਕੋਲੋਂ ਲੈਣਾ। ਜਿਹੜਾ ਵਿਸ਼ਵਾਸ ਆ ਵਾਹਿਗੁਰੂ ਜੀ, ਉਹ ਮੈਂ ਆਪ ਜੀ ਦੇ ਕੋਲੋਂ ਲੈਣਾ। ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਹੁਣ ਬੇੜਾ ਕੀ ਆ? ਬੇੜਾ ਕਾਹਦੇ ਵਿੱਚ ਚੜਾਇਆ? ਬੇੜੇ ਦੇ ਵਿੱਚ ਇਹ ਦੁਨੀਆ ਦੇ, ਜਿਹਨੂੰ ਦੁਨੀਆ ਕਹਿੰਦੇ ਹਾਂ ਅਸੀਂ, ਸੰਸਾਰ ਕਹਿੰਦੇ ਹਾਂ, ਇਹ ਮਹਾਰਾਜ ਨੇ ਇਸ ਨੂੰ ਇੱਕ ਸਮੁੰਦਰ ਦੀ ਨਿਆਈ ਕਿਹਾ ਹੋਇਆ। ਅਤੇ ਜਿੰਨਾ ਸਾਡਾ ਵੱਡਾ ਭਰੋਸਾ ਹੋਏਗਾ, ਜਿੰਨਾ ਸਾਡਾ ਵੱਡਾ ਉੱਚਾ ਵਿਸ਼ਵਾਸ ਹੋਏਗਾ, ਉਨੇ ਅਸੀਂ ਸਕਸੈਸਫੁਲੀ ਇਸ ਸੰਸਾਰ ਦੇ ਸਮੁੰਦਰ ਵਿੱਚੋਂ ਦੀ ਲੰਘ ਜਾਵਾਂਗੇ। ਮਹਾਰਾਜ ਸਾਨੂੰ ਇਹ ਕਹਿਣਾ ਚਾਹੁੰਦੇ ਆ। ਦੀਨ ਦਾ ਮਤਲਬ ਹੋ ਗਿਆ ਕਮਜ਼ੋਰ। ਜਦੋਂ ਅਸੀਂ ਗੁਰੂ ਜੀ ਕੋਲੋਂ ਭਰੋਸਾ ਮੰਗਦੇ ਹਾਂ ਅਤੇ ਮਹਾਰਾਜ ਨੇ ਸਾਨੂੰ ਕਿਹਾ ਕਿ ਮਾਨਖ ਕੀ ਟੇਕ ਬ੍ਰਿਥੀ ਸਭ ਜਾਨ। ਦੇਖ, ਮਾਨਖ ਦੀ ਟੇਕ, ਦੁਨੀਆਦਾਰੀ ਦਾ ਭਰੋਸਾ, ਜਿਹੜਾ ਤੈਨੂੰ ਲੋਕ ਗੱਲਾਂ ਦੇ ਵਿੱਚ ਪੱਕੇ ਆ ਤੇਰੇ ਮਿੱਤਰ, ਉਹ ਕਹਿ ਦਿੰਦੇ ਆ। ਮਹਾਰਾਜ ਕਹਿੰਦੇ ਵੀ ਭਰੋਸਾ ਤੂੰ ਪਰਮਾਤਮਾ 'ਤੇ ਰੱਖ ਇੱਕ। ਠੀਕ ਆ, ਜਦੋਂ ਤੇਰਾ ਭਰੋਸਾ ਵਾਹਿਗੁਰੂ 'ਤੇ ਬਣਿਆ ਹੋਏਗਾ ਤਾਂ ਤੇਰਾ ਭਰੋਸਾ ਸਾਰੇ ਦੋਸਤਾਂ ਮਿੱਤਰਾਂ 'ਤੇ ਵੀ ਬਣੇਗਾ, ਪਰਿਵਾਰ ਦੇ ਉੱਤੇ ਵੀ ਬਣੇਗਾ, ਹੋਰ ਸਮਾਜ ਦਾ ਵੀ ਭਰੋਸਾ ਇਕੱਠਾ ਹੋਣ ਲੱਗ ਜਾਏਗਾ। ਪਰ ਜੇਕਰ ਤੇਰਾ ਭਰੋਸਾ ਅਕਾਲ ਪੁਰਖ ਦੇ ਉੱਤੇ ਬਣਿਆ ਹੋਇਆ, ਮਹਾਰਾਜ ਕਹਿੰਦੇ ਨੇ ਕਿ ਮਾਨਖ ਕੀ ਟੇਕ, ਟੇਕ ਦਾ ਮਤਲਬ ਭਰੋਸਾ, ਮਾਨਖ ਕੀ ਟੇਕ ਬ੍ਰਿਥੀ ਸਭ ਜਾਨ। ਜੇਕਰ ਤੇਰਾ ਭਰੋਸਾ ਪਰਮਾਤਮਾ 'ਤੇ ਨਹੀਂ ਹੈਗਾ ਨਾ, ਤਾਂ ਇਹ ਵੀ ਤੂੰ ਦੇਖ ਲਈ, ਧਿਆਨ ਰੱਖੀ ਕਿ ਜਿਹੜੇ ਲੋਕਾਂ 'ਤੇ ਤੂੰ ਭਰੋਸਾ ਕਰਿਆ ਹੋਇਆ ਉਹ ਤੇਰਾ ਟੁੱਟੇਗਾ ਜ਼ਰੂਰ। ਕਿਉਂਕਿ ਭਰੋਸੇ ਦਾ ਕਾਨੂੰਨ ਆ ਇੱਕ, ਉਹ ਬਣੇਗਾ ਅਤੇ ਟੁੱਟੇਗਾ, ਟੁੱਟੇਗਾ ਅਤੇ ਬਣੇਗਾ, ਬਣਦਾ ਰਹਿੰਦਾ, ਟੁੱਟਦਾ ਰਹਿੰਦਾ। ਸੋ ਮਹਾਰਾਜ ਸਾਨੂੰ ਕਹਿਣਾ ਕੀ ਚਾਹੁੰਦੇ ਨੇ ਕਿ ਜਿੰਨਾ ਚਿਰ ਤੱਕ ਤੂੰ ਆਪਦੇ ਉੱਤੇ ਭਰੋਸਾ ਨਹੀਂ ਕਰਦਾ, ਅਤੇ ਜਿਹੜਾ ਦੂਜਿਆਂ ਦੇ ਉੱਤੇ ਭਰੋਸਾ ਕਰਦਾ ਇਨਸਾਨ, ਅਤੇ ਭਰੋਸਾ ਅਕਸਰ ਟੁੱਟ ਜਾਂਦਾ ਆ। ਭਰੋਸਾ ਬਣਿਆ ਹੋਇਆ ਟੁੱਟ ਜਾਂਦਾ। ਮੈਂ ਕਈ ਲੋਕਾਂ ਨੂੰ ਕਹਿੰਦੇ ਸੁਣਿਆ, ਮੈਂ ਕਿਸੇ 'ਤੇ ਯਕੀਨ ਨਹੀਂ ਕਰਦਾ, ਮੈਂ ਕਿਸੇ 'ਤੇ ਭਰੋਸਾ ਨਹੀਂ ਕਰਦਾ। ਤਾਂ ਇਹਦੀ ਪੰਜਾਬੀ ਇਹ ਬਣ ਗਈ ਕਿ ਉਹ ਬੰਦਾ ਆਪਦੇ ਆਪ ਦੇ ਉੱਪਰ ਵੀ ਭਰੋਸਾ ਨਹੀਂ ਕਰਦਾ, ਉਸ ਇਨਸਾਨ ਦਾ ਆਪਦੇ ਉੱਪਰ ਵੀ ਭਰੋਸਾ ਨਹੀਂ ਹੈਗਾ। ਪਰ ਜਦੋਂ ਅਸੀਂ ਆਪਦੇ ਉੱਪਰ ਭਰੋਸਾ ਕਰਨਾ, ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਕਹਿੰਦੇ ਕਿ ਤੂੰ ਪਰਮਾਤਮਾ 'ਤੇ ਭਰੋਸਾ ਕਰਨਾ ਸ਼ੁਰੂ ਕਰ, ਤੂੰ ਗੁਰੂ ਦੇ ਉੱਤੇ ਭਰੋਸਾ ਕਰਨਾ ਸ਼ੁਰੂ ਕਰ, ਤੇਰੇ ਹਿਰਦੇ ਵਿੱਚ ਭਰੋਸਾ ਟਿਕਣਾ ਸ਼ੁਰੂ ਹੋ ਜਾਏਗਾ। ਮਾਨਖ ਕੀ ਟੇਕ ਬ੍ਰਿਥੀ ਸਭ ਜਾਨ। ਅਤੇ ਉਸ ਤੋਂ ਬਾਅਦ ਜਦੋਂ ਤੇਰੇ ਦਿਲ ਵਿੱਚ ਭਰੋਸਾ ਆ ਗਿਆ, ਤਾਂ ਤੂੰ ਦੇਖੀ ਤੇਰਾ ਸਾਰਿਆਂ ਦੇ ਉੱਤੇ ਭਰੋਸਾ ਬਣਨਾ ਸ਼ੁਰੂ ਹੋ ਜਾਏਗਾ। ਤੇਰਾ ਹਰ ਇੱਕ ਇਨਸਾਨ ਨਾਲ ਜੋੜ ਬਣਨਾ ਸ਼ੁਰੂ ਹੋ ਜਾਏਗਾ, ਭਾਵ ਜੋਗ ਬਣਨਾ ਸ਼ੁਰੂ ਹੋ ਜਾਏਗਾ। ਪਰ ਇਹ ਵੀ ਧਿਆਨ ਰੱਖੀ, ਤੇਰੇ ਵਿੱਚ ਇੰਨੀ ਕੁ ਸ਼ਕਤੀ ਹੋਏਗੀ ਕਿ ਕਈ ਵਾਰੀ ਤੇਰੇ ਸਾਹਮਣੇ ਤੇਰਾ ਕੋਈ ਭਰੋਸਾ ਤੋੜੇਗਾ ਵੀ, ਪਰ ਫਿਰ ਵੀ ਤੂੰ ਡੋਲੇਗਾ ਨਹੀਂ। ਕਿਉਂਕਿ ਤੂੰ ਭਰੋਸਾ ਕਿੱਥੋਂ ਲਿਆ ਹੋਇਆ? ਦੇਵਨ ਕਉ
ਇੱਕ ਹੈ ਭਗਵਾਨ। ਜਦੋਂ ਤੇਰਾ ਕਨੈਕਸ਼ਨ ਵਾਹਿਗੁਰੂ ਨਾਲ ਜੁੜਿਆ ਹੋਇਆ, ਜਦੋਂ ਤੇਰਾ ਭਰੋਸਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜਿਆ ਹੋਇਆ, ਗੁਰੂ ਜੀ ਨਾਲ ਜੁੜਿਆ ਹੋਇਆ, ਤੇ ਗੁਰੂ ਜੀ ਤੇਰੇ ਹਿਰਦੇ ਦੇ ਪੱਲੜੇ ਨੂੰ ਭਾਰਾ ਕਰਦੇ ਜਾਣਗੇ, ਤੇਰੇ ਹਿਰਦੇ ਦੇ ਪੱਲੜੇ ਨੂੰ ਭਰਦੇ ਜਾਣਗੇ। ਜਿਵੇਂ ਜਿਵੇਂ ਮੈਂ ਊਰਾ ਦਾ ਮਤਲਬ ਅਧੂਰਾ। ਜਦੋਂ ਤੱਕ ਤੂੰ ਮੰਨਦਾ ਨਹੀਂ ਨਾ ਵੀ ਮੈਂ ਊਰਾ ਆ, ਉਹਨਾਂ ਚਿਰ ਤੱਕ ਉਹ ਤੈਨੂੰ ਭਰਦਾ ਨਹੀਂ ਹੈਗਾ। ਇਹ ਵੀ ਇੱਕ ਕਾਨੂੰਨ ਪੱਕੀ ਗੱਲ ਆ। ਸੋ ਮਹਾਰਾਜ ਕਹਿੰਦੇ ਨੇ ਕਿ ਮਾਨਕ ਕੀ ਟੇਕ ਬਿਰਥੀ ਸਭ ਜਾਨ। ਜਿੰਨਾ ਚਿਰ ਤੱਕ ਤੂੰ ਭਰੋਸਾ ਆਪਦੇ ਆਪ 'ਤੇ ਨਹੀਂ ਕਰਦਾ ਹੈਗਾ, ਆਪਦੇ ਆਪ ਵਿੱਚ ਤੇਰਾ ਭਰੋਸਾ ਨਹੀਂ ਆਉਂਦਾ, ਮਹਾਰਾਜ ਕਹਿੰਦੇ ਨੇ ਕਿ ਉਨਾ ਚਿਰ ਤੱਕ ਤੇਰਾ ਭਰੋਸਾ ਟੁੱਟਦਾ ਰਹੇਗਾ, ਬਣਦਾ ਰਹੇਗਾ, ਟੁੱਟਦਾ ਰਹੇਗਾ, ਬਣਦਾ ਰਹੇਗਾ। ਇਸ ਟੁੱਟਦੇ ਬਣਦੇ ਭਰੋਸੇ ਦੇ ਵਿੱਚ ਤੇਰਾ ਸਾਰਾ ਜੀਵਨ ਲੰਘ ਜਾਏਗਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ, ਮਾਨਕ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕ ਹੈ ਭਗਵਾਨ। ਜੇ ਤੂੰ ਯਕੀਨ ਮੰਨਣਾ ਆ, ਮੰਗਣਾ ਆ, ਜੇ ਤੂੰ ਭਰੋਸਾ ਮੰਗਣਾ ਆ, ਤਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਕੋਲੋਂ ਮੰਗ। ਤੇ ਜਦੋਂ ਸਾਡਾ ਭਰੋਸਾ ਟੁੱਟਦਾ ਆ, ਕਦੋਂ ਟੁੱਟਦਾ ਸਾਡਾ ਭਰੋਸਾ? ਮਹਾਰਾਜ ਕਹਿੰਦੇ ਬਲ ਛੁੱਟ ਕਿਉ, ਬਲ ਕਦੋਂ ਛੁੱਟਦਾ ਆ? ਬੰਧਨ ਪਰੇ। ਜਦੋਂ ਤੇਰਾ ਭਰੋਸਾ ਤੇਰੇ ਉੱਤੋਂ ਟੁੱਟਣਾ ਸ਼ੁਰੂ ਹੋ ਜਾਂਦਾ, ਜਦੋਂ ਤੂੰ ਪਰਮਾਤਮਾ ਤੋਂ ਭਰੋਸਾ ਛੱਡ ਕੇ, ਪਰਮਾਤਮਾ ਤੋਂ ਭਰੋਸੇ ਦੀ ਆਸ ਛੱਡ ਕੇ ਆਪਦੀ ਈਗੋ ਤੋਂ ਆਸ ਕਰਦਾ, ਆਪਦੇ ਹੰਕਾਰ ਤੋਂ ਆਸ ਕਰਦਾ, ਤੇ ਉਹਦੇ ਵਿੱਚ ਤੇਰੇ ਭਾਈ ਤੈਨੂੰ ਬੰਧਨ ਪੈ ਜਾਂਦੇ ਨੇ, ਭਾਵ ਕਿ ਤੇਰਾ ਭਰੋਸਾ ਕਮਜ਼ੋਰ ਹੋ ਜਾਂਦਾ ਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਨੂੰ ਇਹ ਦੱਸੀ ਕਿ ਬੰਧਨ ਪੈ ਗਿਆ, ਭਾਵ ਤੇਰਾ ਇਮਿਊਨ ਸਿਸਟਮ ਕਮਜ਼ੋਰ ਹੋ ਗਿਆ, ਤੇ ਇਮਿਊਨ ਸਿਸਟਮ ਕਮਜ਼ੋਰ ਨੂੰ ਹੀ ਪ੍ਰੋਬਲਮਾਂ ਆਉਂਦੀਆਂ ਨੇ। ਸੋ ਬਲ ਛੁੱਟ ਕਿਉ ਬੰਧਨ ਭਰੇ, ਕਛੂ ਨਾ ਹੋਤ ਉਪਾਏ। ਫਿਰ ਕੋਈ ਉਪਾਅ ਨਹੀਂ ਹੁੰਦਾ ਹੈਗਾ। ਤੇ ਉਸ ਵਕਤ ਤੇ ਗੁਰੂ ਸਾਹਿਬ ਨੇ ਸਾਨੂੰ ਇੱਕ ਜੀਵਨ ਦੀ ਜਾਂਚ ਦੱਸੀ ਕਿ ਜਦੋਂ ਤੈਨੂੰ ਬੰਧਨ ਪਿਆ ਹੋਇਆ, ਭਰੋਸਾ ਟੁੱਟਿਆ ਹੋਇਆ ਤੇਰਾ, ਤੇ ਉਸ ਵਕਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਹੀਲ ਕਰਦੇ ਆ ਕਿ ਜਦੋਂ ਤੂੰ ਨਿਤਾਣਾ ਫੀਲ ਕਰੇ, ਜਦੋਂ ਤੂੰ ਕਮਜ਼ੋਰ ਫੀਲ ਕਰੇ, ਤੇ ਉਸ ਵਕਤ ਕੀ ਕਰੇ? ਉਸ ਵਕਤ ਤਾਣ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀ। ਸਾਹਿਬ ਨਿਤਾਣਿਆਂ ਕਾ ਤਾਣ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀ, ਤਾਕਤ ਦੇ ਨਾਲ। ਉਸ ਵਕਤ ਗਾਵੈ ਕੋ ਤਾਣ। ਉਸ ਵਕਤ ਜੇਕਰ ਤੂੰ ਤਾਣ ਨੂੰ ਗਾਵੇਂ ਨਾ, ਉਸ ਵਕਤ ਜੇ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਤਾਣ ਨਾਲ ਜੁੜੇ ਨਾ, ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਉਸ ਪਰਮਾਤਮਾ ਨੇ ਤੇਰੇ ਅੰਦਰ ਤਾਣ ਪੈਦਾ ਕਰ ਦੇਣਾ, ਭਾਵ ਕਿ ਤੇਰੇ ਅੰਦਰ ਪਾਵਰ ਪੈਦਾ ਕਰ ਦੇਣੀ ਆ, ਤੇਰੇ ਅੰਦਰ ਜੋਸ਼ ਪੈਦਾ ਕਰ ਦੇਣਾ, ਜਿਹੜਾ ਤੇਰਾ ਭਰੋਸਾ ਟੁੱਟਿਆ ਹੋਇਆ। ਗੁਰਦੇਵ ਜੀ ਕਹਿੰਦੇ ਨੇ ਕਿ ਜਦੋਂ ਤੂੰ ਹਾਰਿਆ ਹੋਇਆ ਮਹਿਸੂਸ ਕਰੇ ਕਦੇ, ਜਾ ਕਉ ਚਿੰਤਾ ਬਹੁਤ ਬਹੁਤ। ਜਦੋਂ ਤੇਰੀ ਜ਼ਿੰਦਗੀ ਵਿੱਚ ਚਿੰਤਾ ਵਾਪਰੇਗੀ, ਚਿੰਤਾ ਆਵੇਗੀ, ਇਹਦਾ ਮਤਲਬ ਆ ਕਿ ਤੇਰਾ ਇਮਿਊਨ ਸਿਸਟਮ ਕਮਜ਼ੋਰ ਹੋਇਆ ਪਿਆ, ਤੇਰਾ ਭਰੋਸਾ ਟੁੱਟਿਆ ਹੋਇਆ। ਜਾ ਕਉ ਚਿੰਤਾ ਬਹੁਤ ਬਹੁਤ। ਜਦੋਂ ਅਸੀਂ ਕਹਿੰਦੇ ਕਿ ਮੈਨੂੰ ਬਹੁਤ ਚਿੰਤਾ, ਦੋ ਵਾਰੀ ਸ਼ਬਦ ਨੇ ਮਹਾਰਾਜ ਨੇ ਬਹੁਤ ਬਹੁਤ ਵਰਤਿਆ ਕਿ ਜਾ ਕੋ ਚਿੰਤਾ ਬਹੁਤ, ਵੀ ਮੈਨੂੰ ਬਹੁਤ ਚਿੰਤਾ ਆ। ਅਸੀਂ ਕਈ ਵਾਰੀ ਡੈਡ ਸ਼ਬਦ ਮੂੰਹ 'ਚੋਂ ਬੋਲਦੇ ਹਾਂ, ਮਤਲਬ ਮਰੇ ਹੋਏ ਸ਼ਬਦ ਮੂੰਹ 'ਚੋਂ ਬੋਲਦੇ ਹਾਂ, ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਜ਼ਿੰਦਗੀ ਦੀ ਜ਼ਮੀਨ ਨੂੰ ਬੰਜਰ ਕਰ ਦਿੰਦੇ ਨੇ। ਮਰੇ ਹੋਏ ਸ਼ਬਦ, ਬਿਨਾਂ ਮਤਲਬ ਤੋਂ ਬੋਲਣਾ, ਬਿਨਾਂ ਕਿਸੇ ਸੂਝ ਤੋਂ ਬੋਲਣਾ, ਮਰਿਆ ਹੋਇਆ ਸ਼ਬਦ ਬੋਲਣਾ, ਤੇ ਉਹਦੇ ਵਿੱਚ ਬੀਜ ਪੈਦਾ ਨਹੀਂ ਹੋਏਗਾ। ਸਾਡੀ ਜ਼ਿੰਦਗੀ ਵਿੱਚ ਕਈ ਸ਼ਬਦ ਬੀਜ ਪੈਦਾ ਨਹੀਂ ਕਰਦੇ, ਫਲ ਪੈਦਾ ਨਹੀਂ ਕਰਦੇ, ਕਿਉਂਕਿ ਬਿਨਾਂ ਮਤਲਬ ਤੋਂ ਡੈਡ ਸ਼ਬਦ ਬੋਲੇ ਹੁੰਦੇ ਨੇ, ਹੈ ਨਾ। ਉਹ ਕਹਿੰਦੇ ਨੇ ਕਿ ਜਾ ਕੋ ਚਿੰਤਾ ਬਹੁਤ। ਜੇ ਤੂੰ ਕਹੇ ਵੀ ਚਿੰਤਾ ਬਹੁਤ ਆ, ਤੇ ਮਹਾਰਾਜ ਕਹਿੰਦੇ ਉਹ ਬਹੁਤ ਹੋ ਜਾਏਗੀ। ਜਿਵੇਂ ਜਿਵੇਂ ਤੂੰ ਬੋਲਦਾ ਜਾਏਗਾ, ਉਵੇਂ ਉਵੇਂ ਉਹ ਚਿੰਤਾ ਤੇਰੀ ਜ਼ਿੰਦਗੀ ਵਿੱਚ ਵੱਧਦੀ ਜਾਏਗੀ। ਜਾ ਕੋ ਚਿੰਤਾ ਬਹੁਤ ਬਹੁਤ। ਇਹ ਚਿੰਤਾ ਜਦੋਂ ਤੇਰੇ ਮਨ ਦੇ ਉੱਤੇ ਚਿੰਤਾ ਤੁਰ ਰਹੂਗੀ, ਇਹ ਚਿੰਤਾ ਬਣੀ ਰਹੂਗੀ। ਉਹ ਚਿੰਤਾ ਦਾ ਸੁਭਾਅ ਕੀ ਆ, ਮਨ ਦਾ ਕੀ ਸੁਭਾਅ? ਮਨ ਜਦੋਂ ਓਵਰਲੋਡਡ ਹੋ ਜਾਂਦਾ ਨਾ ਕਿਸੇ ਚੀਜ਼ ਦੇ ਨਾਲ, ਉਹ ਚੁੱਕ ਕੇ ਤੇਰੇ ਸਰੀਰ ਨੂੰ ਦੇ ਦਿੰਦਾ, ਉਹ ਬਿਮਾਰੀ ਚੱਕ ਕੇ ਤੇਰੇ ਸਰੀਰ ਦੇ ਵਿੱਚ ਬਾੜ ਦਿੰਦਾ। ਦੇਹੀ ਵਿਆਪੈ ਰੋਗ। ਜਦੋਂ ਤੂੰ ਕਹਿਣਾ ਕਿ ਮੈਨੂੰ ਰੋਗ ਵਾਪਰ ਗਿਆ ਨਾ, ਮੇਰੀ ਲਾਈਫ 'ਚ ਰੋਗ ਆ ਗਿਆ, ਉਹ ਤਾਂ ਆ ਗਿਆ ਕਿ ਤੂੰ ਮਨ ਵਿੱਚੋਂ ਕਮਜ਼ੋਰ ਸੀਗਾ, ਤੇਰੇ ਅੰਦਰ ਚਿੰਤਾ ਵਧੀ ਹੋਈ ਸੀਗੀ।
ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ। ਤੇ ਇਹ ਰੋਗ ਤੇਰੀ ਜ਼ਿੰਦਗੀ ਦੇ ਵਿੱਚ ਵਾਪਰਦੇ ਨੇ। ਕਦੋਂ ਵਾਪਰਦੇ ਨੇ? ਜਦੋਂ ਤੇਰੀ ਜ਼ਿੰਦਗੀ ਵਿੱਚ ਭਾਈ ਚਿੰਤਾ ਆਉਂਦੀ ਆ। ਬਿਨਾਂ ਮਤਲਬ ਤੋਂ ਤੂੰ ਚਿੰਤਾ ਦੇ ਵਿੱਚ ਫਸਦਾ ਰਹਿਣਾ। ਚਿੰਤਾ ਕਦੋਂ ਫਸਦੀ ਆ? ਚਿੰਤਾ ਸਾਡੀ ਜ਼ਿੰਦਗੀ ਵਿੱਚ ਕਦੋਂ ਆਉਂਦੀ ਆ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਗ੍ਰਸਤ ਕੁਟੰਬ ਪਲੇਟਿਆ। ਗ੍ਰਸਤ ਦੇ ਕੁਟੰਬ ਦੇ ਪਰਿਵਾਰ ਦੇ ਗ੍ਰਸਤ ਵਿੱਚ ਜਦੋਂ ਕੋਈ ਇਨਸਾਨ ਅਟੈਚਮੈਂਟਸ ਦੇ ਨਾਲ ਜਿਹੜੀਆਂ ਪਲੇਟਿਆ ਜਾਂਦਾ, ਭਾਵ ਕਿ ਆਪਦੇ ਆਪ ਨੂੰ ਬੰਨ੍ਹ ਲੈਂਦਾ ਆ ਕਿ ਆ ਮੇਰਾ 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 ਮੇਰਾ, ਇਹ ਸ਼ਬਦ ਆਪਦੇ ਆਪ ਨੂੰ ਬੰਨ੍ਹਣਾ ਆ, ਆਪਦੇ ਆਪ ਨੂੰ ਜੇਲ੍ਹ ਦੇ ਵਿੱਚ ਲੈ ਕੇ ਜਾਣਾ। ਮਹਾਰਾਜ ਕਹਿੰਦੇ ਗ੍ਰਸਤ ਕੁਟੰਬ ਪਲੇਟਿਆ। ਜਦੋਂ ਕੋਈ ਮਾੜੀ ਜਿਹੀ ਜ਼ਿੰਦਗੀ 'ਚ ਖੁਸ਼ੀ ਆ ਗਈ ਤਾਂ ਬਿਨਾਂ ਮਤਲਬ ਤੋਂ ਫੁੱਲ ਕੇ ਬੈਠ ਜਾਣ ਦੇ ਸੁਭਾਅ ਨੂੰ ਮਹਾਰਾਜ ਕਹਿੰਦੇ ਇਹ ਭਾਈ ਪਲੇਟਣਾ ਆ। ਫਿਰ ਜਦੋਂ ਤੂੰ ਇਸ ਸੁਭਾਅ ਦੇ ਨਾਲ ਜੁੜਦਾ ਆ, ਖੁਸ਼ੀ ਦੇ ਵਿੱਚ ਫੁੱਲ ਕੇ ਬੈਠਦਾ ਆ, ਕਦੇ ਸੋਗ, ਫਿਰ ਜੇ ਕਦੇ ਜ਼ਿੰਦਗੀ 'ਚ ਸੋਗ ਆ ਗਿਆ ਤਾਂ ਤੇਰੇ ਕੋਲੇ ਸੋਗ ਤੋਂ ਬਚਣ ਦੇ ਲਈ ਤੇਰਾ ਇਮਿਊਨ ਸਿਸਟਮ, ਤੇਰਾ ਭਰੋਸਾ, ਤੇਰੀ ਸ਼ਕਤੀ ਤਾਕਤਵਰ ਨਹੀਂ ਹੋਏਗੀ। ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ। ਜਦੋਂ ਮਾੜਾ ਜਿਹਾ ਹਰਖ ਹੋ ਗਿਆ, ਖੁਸ਼ੀ ਹੋ ਗਈ, ਕਦੇ ਸੋਗ। ਫਿਰ ਜਦੋਂ ਸੋਗ ਵੀ ਆਏਗਾ, ਕਿਉਂਕਿ ਪਰਮਾਤਮਾ ਨੇ ਇਕੱਲੀ ਖੁਸ਼ੀ ਨਹੀਂ ਬਣਾਈ, ਖੁਸ਼ੀ ਦੇ ਪਿੱਛੇ ਹਮੇਸ਼ਾ ਦੁੱਖ ਹੁੰਦਾ ਆ। ਸੋ ਮਹਾਰਾਜ ਕਹਿੰਦੇ ਨੇ ਕਦੇ ਹਰਖ ਕਦੇ ਸੋਗ। ਅਤੇ ਉਹ ਜਦੋਂ ਸੋਗ ਆਏਗਾ ਤਾਂ ਫਿਰ ਤੇਰਾ ਮਨ ਕੀ ਕਰੇਗਾ? ਗਾਉਣ ਕਰੇ। ਇਹ ਜਿਹੜਾ ਤੇਰਾ ਮਨ ਆ ਗਾਉਣ ਕਰੇਗਾ, ਭਟਕੇਗਾ, ਦੁਨੀਆ ਵਿੱਚ ਭਟਕੇਗਾ। ਗਾਉਣ ਕਰੇ ਚਾਹੋਂ ਕੁੰਟ ਕਾ, ਚਾਹਾਂ ਕੁੰਟਾਂ ਦਾ ਇਹ ਤੇਰਾ ਮਨ ਗਾਉਣ ਕਰੇਗਾ। ਫਿਰ ਖੁਸ਼ੀ ਤੇ ਗਮ ਦੇ ਵਿੱਚ ਲਪੇਟਿਆ ਹੋਇਆ ਤੇਰਾ ਮਨ ਕੀ ਕਰਦਾ? ਗਾਉਣ ਕਰੇ ਚਾਹੋਂ ਕੁੰਟ ਕਾ, ਘੜੀ ਨਾ ਬੈਸਣ ਸੋਏ। ਇਹ ਘੜੀ ਬੈਠਣ ਦਾ ਦਮ ਨਹੀਂ ਲੈਂਦਾ। ਭਟਕਿਆ ਹੋਇਆ ਮਨ ਘੜੀ ਬੈਠਣ ਦਾ ਦਮ ਨਹੀਂ ਲੈਂਦਾ। ਫਿਰ ਮਹਾਰਾਜ ਉਸ ਵਕਤ ਕਹਿੰਦੇ ਨੇ, ਉਸ ਵਕਤ ਤੂੰ ਅਰਦਾਸ ਕਰ। ਕੀ ਅਰਦਾਸ ਕਰ? ਮਹਾਰਾਜ ਜੀ ਕਹਿੰਦੇ ਨੇ ਕਿ ਬਲ ਛੁੱਟ ਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ। ਪਰਮਾਤਮਾ ਜੀ ਮੇਰਾ ਬਲ ਛੁਟਕ ਗਿਆ, ਮੇਰਾ ਭਰੋਸਾ ਟੁੱਟ ਗਿਆ ਅਤੇ ਇਹ ਮੈਨੂੰ ਬੰਧਨ ਪੜ ਗਏ ਆ, ਹੈ ਨਾ। ਕਛੂ, ਹੁਣ ਕੋਈ ਇਲਾਜ ਨਹੀਂ ਹੁੰਦਾ। ਮਹਾਰਾਜ ਕਹਿੰਦੇ ਨੇ ਕਹੋ ਨਾਨਕ ਅਬ ਓਟ ਹਰ ਸੇ। ਅਤੇ ਜਦੋਂ ਤੁਸੀਂ ਇਹ ਅਰਦਾਸ ਮਹਾਰਾਜ ਕਹਿੰਦੇ ਕਹੇਗਾ ਨਾ, ਅਬ ਓਟ ਹਰ, ਹੁਣ ਮੇਰਾ ਭਰੋਸਾ ਪਰਮਾਤਮਾ ਤੇਰੇ ਉੱਤੇ ਆ। ਹਰ ਗਜ, ਇਹ ਜਿਹੜਾ ਮੇਰਾ ਮਨ ਗਾਜਿਆ, ਗਜ ਹੁੰਦਾ ਹਾਥੀ, ਇਹ ਜਿਹੜਾ ਮੇਰਾ ਗਜ ਹਾਥੀ ਮਨ ਆ, ਜਿਉਂ ਹੋ ਸਹਾਏ। ਅਤੇ ਇੱਕ ਕਹਾਣੀ ਆਉਂਦੀ ਸੀ ਪੁਰਾਣ ਦੇ ਵਿੱਚ ਕਿ ਇੱਕ ਹਾਥੀ ਨੂੰ ਇੱਕ ਸਮੁੰਦਰ ਦੇ ਵਿੱਚ ਇੱਕ ਤੰਦੂਏ ਨੇ ਪਕੜ ਲਿਆ ਸੀਗਾ, ਹੈ ਨਾ। ਅਤੇ ਉਹ ਜਦੋਂ ਤੰਦੂਏ ਨੇ ਪਕੜ ਲਿਆ ਸੀ ਤਾਂ ਫਿਰ ਉਸ ਗਜ ਨੇ ਪਰਮਾਤਮਾ ਦੇ ਮੂਹਰੇ ਅਰਦਾਸ ਕੀਤੀ ਅਤੇ ਉਸ ਪ੍ਰਭੂ ਨੇ ਆ ਕੇ ਉਸ ਗਜ ਨੂੰ, ਉਸ ਹਾਥੀ ਨੂੰ ਉਸ ਤੰਦੂਏ ਤੋਂ ਛਡਵਾਇਆ ਸੀਗਾ। ਇਹ ਪੁਰਾਣ ਜੀ ਦੇ ਵਿੱਚ ਇੱਕ ਕਹਾਣੀ ਆਈ ਜਿਹੜੀ ਕਿ ਸਾਡੇ ਵਾਸਤੇ ਬਹੁਤ ਵੱਡੀ ਲਾਭਦਾਇਕ ਸਿੱਧ ਹੋਈ। ਪਰ ਹੁਣ ਮਨ ਕੀ ਆ? ਹੁਣ ਉਹ ਹਾਥੀ ਕੀ ਆ? ਹੁਣ ਉਹ ਹਾਥੀ ਸਾਡਾ ਮਨ ਆ। ਅੱਜ ਜਿਹੜਾ ਮਨ ਫਸਿਆ ਹੋਇਆ, ਕਾਹਦੇ ਵਿੱਚ ਫਸਿਆ ਹੋਇਆ? ਤ੍ਰਿਸ਼ਨਾ ਦੇ ਵਿੱਚ ਫਸਿਆ ਹੋਇਆ। ਜਿਹੜਾ ਸਾਡਾ ਮਨ ਤੰਦੂਏ ਨੇ ਫੜਿਆ ਹੋਇਆ, ਤ੍ਰਿਸ਼ਨਾ ਦੇ ਤੰਦੂਏ ਨੇ ਫੜਿਆ ਹੋਇਆ। ਜਿਹੜਾ ਸਾਡਾ ਮਨ ਹੰਕਾਰ ਦੇ ਤੰਦੂਏ ਨੇ ਫੜਿਆ ਹੋਇਆ। ਜਿਹੜਾ ਸਾਡਾ ਗਜ ਹਾਥੀ ਮਨ ਲੋਭ ਦੇ ਤੰਦੂਏ ਨੇ ਫੜਿਆ ਹੋਇਆ, ਈਰਖਾ ਦੇ ਤੰਦੂਏ ਨੇ ਫੜਿਆ ਹੋਇਆ, ਅਤੇ ਦਵੈਸ਼ ਦੇ ਤੰਦੂਏ ਨੇ ਫੜਿਆ ਹੋਇਆ। ਮੇਰਾ 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 ਦੇ ਵੱਡੇ ਤੰਦੂਏ ਪਏ ਨੇ, ਹੈ ਨਾ। ਜਦੋਂ ਕੋਈ ਗੁਰੂ ਦੀ ਗੱਲ ਹੁੰਦੀ ਆ, ਮਹਾਰਾਜ ਦੀ ਬਾਣੀ ਦੀ ਗੱਲ ਹੁੰਦੀ ਆ, ਇਹ ਮਨ ਤੰਦੂਆ ਇਹਨੂੰ ਅਲਕਤ ਆਉਣ ਲੱਗ ਜਾਂਦੀ ਆ, ਅਲਕਤ ਦੇ ਵਿੱਚ ਭਰ ਜਾਂਦਾ, ਹੈ ਨਾ। ਅਤੇ ਇਹ ਜਿਹੜੇ ਵੱਡੇ ਵੱਡੇ ਤੰਦੂਏ ਪਏ ਨੇ, ਮਹਾਰਾਜ ਕਹਿੰਦੇ ਭਾਈ ਇਹ ਹੁਣ ਤੇਰਾ ਜਿਹੜਾ ਬੇੜਾ ਸੀ ਨਾ ਸਾਗਰ ਦੇ ਵਿੱਚ ਤੂੰ ਰੋੜਿਆ ਸੀਗਾ ਬਿਨਾਂ ਭਰੋਸੇ ਤੋਂ, ਉਹ ਇਹਨਾਂ ਤੰਦੂਆਂ ਨੇ ਫੜ ਲਿਆ। ਇਸ ਕਰਕੇ ਇਸ ਸਮੁੰਦਰ ਨੂੰ ਸਾਗਰ ਦੇ ਨਾਲ ਮਹਾਰਾਜ ਨੇ ਤਸ਼ਬੀਹ ਦਿੱਤੀ, ਤਿੱਤ ਸਰਵਰੜੈ ਭਈ ਲੈ ਨਿਵਾਸਾ।
ਸਰਬੜ ਇਹ ਸੰਸਾਰ ਨੂੰ ਸਮੁੰਦਰ ਦੇ ਨਾਲ ਤਸ਼ਬੀਹ ਦਿੱਤੀ ਮਹਾਰਾਜ ਨੇ ਕਿ ਤਿਤ ਸਰਬੜੈ ਪਈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ। ਹੁਣ ਉਹਦੇ ਵਿੱਚ ਜਿਹੜੇ ਵੱਡੇ ਵੱਡੇ ਜੀਵ ਜੰਤੂ ਨੇ, ਕਾਮ ਹੁਰੀ ਨੇ, ਕ੍ਰੋਧ ਹੁਰੀ ਨੇ, ਹੰਕਾਰ ਹੁਰੀ, ਕਿੰਨੇ ਬੈਠੇ ਨੇ ਉਹਦੇ ਵਿੱਚ ਜੰਤੂ, ਹੈ ਨਾ। ਅਤੇ ਹੁਣ ਤਾਂ ਹੋਰ ਵੱਧ ਆ ਗਿਆ, ਟੈਕਨੋਲੋਜੀ ਆ ਗਈ ਆ ਜਿਹੜੀ ਇਨਸਾਨ ਨੂੰ, ਜਿਹਨੇ ਇਨਸਾਨ ਇੱਕ ਮੂਰਖਤਾ ਦੇ ਪੱਧਰ 'ਤੇ ਲਿਆ ਕੇ ਖੜਾ ਕਰ ਦਿੱਤਾ ਆ। ਕਿਸੇ ਸਮੇਂ ਐਲਬਰਟ ਆਇਨਸਟਾਈਨ ਕਹਿੰਦਾ ਸੀਗਾ ਕਿ ਟੈਕਨੋਲੋਜੀ ਆ ਜਿਹੜੀ ਇਹ ਸਾਨੂੰ ਇੱਕ ਜਿੱਥੇ ਚੰਗੀ ਚੀਜ਼ ਆ ਤਾਂ ਉਹਦੇ ਪਿੱਛੇ ਦਾ ਮਾੜਾ ਪੱਖ ਆ ਜਿਹੜਾ ਉਹ ਸਾਨੂੰ ਇੱਕ ਸਮੁੰਦਰ ਦੇ ਵਿੱਚ ਡੁਬੋ ਕੇ ਰੱਖ ਦੇਵੇਗਾ। ਸੋ ਇਹ ਸਿਆਣੇ ਲੋਕ ਹੁੰਦੇ ਆ ਜਿਹੜੇ ਉਹ 100 ਸਾਲ 200 ਸਾਲ ਅੱਗੇ ਦੀ ਸੋਚ ਲੈਂਦੇ ਹੁੰਦੇ ਆ। ਸੋ ਮਹਾਰਾਜ ਕਹਿੰਦੇ ਨੇ ਵੀ ਗੱਜ ਜਿਉਂ ਹੋ ਸਹਾਏ। ਹੁਣ ਤੂੰ ਅਰਦਾਸ ਕਰ ਉਸ ਵਾਹਿਗੁਰੂ ਦੇ ਅੱਗੇ ਕਿ ਮਹਾਰਾਜ ਇਹ ਜੀਵਨ ਆ ਜਿਹੜਾ ਨਾ ਤੰਦੂਆਂ ਨੇ ਪਕੜਿਆ ਹੋਇਆ ਅਤੇ ਇਹ ਉਮਰ ਮੇਰੀ ਬੀਤਦੀ ਜਾ ਰਹੀ ਆ। ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤਕ ਫੱਕੜੇ ਸਭ ਮੁੱਕਦੀ ਚੱਲੀ ਰਹਿਣ। ਇਹ ਸਾਰੀ ਹੁਣ ਉਮਰ ਬੀਤਦੀ ਜਾਂਦੀ ਅਤੇ ਤੰਦੂਆਂ ਨੇ ਫੜ ਕੇ ਤੈਨੂੰ ਬਿਠਾ ਲਿਆ ਹੋਇਆ। ਅਤੇ ਹੁਣ ਅਰਦਾਸ ਕਰ ਕਿ ਤੇਰੇ ਅੰਦਰ ਭਰੋਸਾ ਆ ਜਾਵੇ, ਤੇਰੇ ਅੰਦਰ ਕੀ ਆ ਜਾਵੇ, ਯਕੀਨ ਆ ਜਾਵੇ, ਭਰੋਸਾ ਬਣ ਆਵੇ। ਕਿਉਂਕਿ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ। ਹੇ ਗੁਰੂ ਨਾਨਕ ਦੇਵ ਜੀ ਮਹਾਰਾਜ, ਹੁਣ ਤੁਸੀਂ ਮੇਰੇ ਉੱਤੇ ਮਿਹਰ ਕਰੋ। ਕਹੋ ਨਾਨਕ ਅਬ ਓਟ ਹਰ ਗੱਜ ਜਿਉਂ ਹੋ ਸਹਾਏ। ਜਿਵੇਂ ਤੁਸੀਂ ਉਹ ਗੱਜ ਸੀ ਜਿਹੜਾ ਹਾਥੀ ਉਦੋਂ ਬਚਾਇਆ ਸੀ, ਹੁਣ ਮੇਰੇ ਹਾਥੀ ਮਨ ਨੂੰ ਇਹਨਾਂ ਵਿਸ਼ਿਆਂ ਤੋਂ, ਵਿਕਾਰਾਂ ਤੋਂ ਬਚਾਓ। ਅਤੇ ਮਹਾਰਾਜ ਕਹਿੰਦੇ ਵੀ ਜਦੋਂ ਤੇਰੇ ਹਿਰਦੇ ਵਿੱਚੋਂ, ਟੁੱਟੇ ਹੋਏ ਭਰੋਸੇ ਵਿੱਚੋਂ, ਟੁੱਟੇ ਹੋਏ ਹਿਰਦੇ ਵਿੱਚੋਂ, ਹਾਰੇ ਹੋਏ ਹਿਰਦੇ ਵਿੱਚੋਂ ਇੱਦਾਂ ਅਰਦਾਸ ਨਿਕਲੂਗੀ, ਫਿਰ ਕੀ ਹੋਏਗਾ? ਫਿਰ ਇਹ ਬਲ ਪੈਦਾ ਹੋਏਗਾ, ਫਿਰ ਇਹ ਭਰੋਸਾ ਪੈਦਾ ਹੋਏਗਾ। ਮਹਾਰਾਜ ਕਹਿੰਦੇ ਨੇ ਕਿ ਬਲ ਹੋਆ, ਉਸੇ ਵਕਤ ਬਲ ਹੋਏਗਾ। ਬਲ ਹੋਆ ਬੰਧਨ ਛੁਟੈ। ਤੇਰੀ ਅਰਦਾਸ ਕਿਸ ਪੀੜ 'ਚੋਂ ਨਿਕਲਦੀ ਆ? ਜਿਹੜੀ ਅਰਦਾਸ ਸਾਡੀ ਉੱਪਰੋਂ ਨਿਕਲਦੀ ਆ ਉਹ ਉੱਪਰ ਤੱਕ ਜਾਂਦੀ ਆ। ਸਿਆਣੇ ਕਹਿੰਦੇ ਨੇ ਕਿ ਸਾਡੇ ਬੋਲ ਵਿੱਚ ਸੀਡ ਹੁੰਦਾ, ਸਾਡੇ ਬੋਲ ਵਿੱਚ ਤਾਕਤ ਹੁੰਦੀ ਆ, ਸਾਡੇ ਬੋਲ ਵਿੱਚ ਬੀਜ ਹੁੰਦਾ ਆ। ਅਤੇ ਜਿਹੜਾ ਬੋਲ ਜਿੱਥੋਂ ਜੋ ਨਿਕਲਦਾ ਉਹ ਉੱਥੇ ਤੱਕ ਜਾਂਦਾ ਆ। ਅਤੇ ਅਸੀਂ ਹੁਣ ਦੇਖਦੇ ਹਾਂ ਵੀ ਅਸੀਂ ਕਿੱਦਾਂ ਦੇ ਬੀਜ ਬੀਜਦੇ ਹਾਂ। ਅਤੇ ਜਿਹੜੇ ਲੋਕਾਂ ਨਾਲ ਅਸੀਂ ਸਿਰਫ ਹੈਲੋ ਹਾਏ ਤੱਕ ਮਿਲਦੇ ਹਾਂ ਉਹ ਸਾਡੇ ਨਾਲ ਹੈਲੋ ਹਾਏ ਤੱਕ ਹੁੰਦੇ ਨੇ, ਪਰ ਜਿਹੜੇ ਲੋਕਾਂ ਨੂੰ ਅਸੀਂ ਦਿਲ ਤੋਂ ਯਾਦ ਕਰਦੇ ਹਾਂ ਉਹ ਸਾਡੀ ਰੂਹ ਤੱਕ ਜਾਂਦੇ ਨੇ। ਸੋ ਸਿਆਣੇ ਲੋਕ ਕਹਿੰਦੇ ਨੇ ਕਿ ਬਾਤ ਜੋ ਦਿਲ ਸੇ ਨਿਕਲਤੀ ਹੈ, ਬਾਤ ਜੋ ਦਿਲ ਸੇ ਨਿਕਲਤੀ ਹੈ ਅਸਰ ਰੱਖਦੀ ਹੈ। ਦਿਲ ਤੋਂ ਕਹੀ ਗਈ ਗੱਲ, ਗਹਿਰਾਈ ਤੋਂ ਕਹੀ ਹੋਈ ਗੱਲ, ਵਾਹਿਗੁਰੂ ਦੇ ਨਾਲ ਦਿਲ ਤੋਂ, ਰੂਹ ਤੋਂ ਪੁਕਾਰ ਕਰੀ ਹੋਈ ਗੱਲ, ਕੂਕ ਕੇ, ਚੀਕ ਕੇ ਕਰੀ ਹੋਈ ਪੁਕਾਰ। ਮਹਾਰਾਜ ਕਹਿੰਦੇ ਨੇ ਕਿ ਰਾਤ ਦਿਵਸ ਕੇ ਕੂਕਣੇ, ਕੂਕ ਦਰਦ 'ਚੋਂ ਨਿਕਲੀ ਹੋਈ ਆਵਾਜ਼ ਹੁੰਦੀ ਆ। ਫਰੀਦਾ ਕੂਕੀਂਦਿਆਂ ਚਾਂਗੀਂਦਿਆਂ, ਚੀਕ ਵੀ ਇੱਕ ਆਵਾਜ਼ ਹੁੰਦੀ ਆ ਪਰ ਉਹ ਦਰਦ 'ਚੋਂ ਨਿਕਲੀ ਵੀ ਹੁੰਦੀ ਆ, ਤਕਲੀਫ ਦੇ ਵਿੱਚੋਂ ਨਿਕਲੀ ਹੁੰਦੀ ਆ। ਪੁਕਾਰ ਵੀ ਇੱਕ ਆਵਾਜ਼ ਹੁੰਦੀ ਆ, ਉਹ ਸਾਡੀ ਤਕਲੀਫ 'ਚੋਂ ਨਿਕਲੀ ਹੋਈ ਆਵਾਜ਼ ਹੁੰਦੀ ਆ। ਫਰੀਦਾ ਕੂਕੀਂਦਿਆਂ ਚਾਂਗੀਂਦਿਆਂ, ਮੱਤੀ ਦੇਂਦਿਆਂ ਨਿੱਤ, ਮੱਤ ਵੀ ਜਿਹੜੀ ਹੁੰਦੀ ਆ ਉਹ ਵੀ ਸਾਡੀ ਗਹਿਰਾਈ 'ਚੋਂ ਨਿਕਲੀ ਹੁੰਦੀ ਆ। ਸੋ ਉਹ ਕਹਿੰਦੇ ਨੇ ਕਿ ਬਾਤ ਜੋ ਦਿਲ ਸੇ ਨਿਕਲਤੀ ਹੈ ਅਸਰ ਰੱਖਤੀ ਹੈ ਪਰ ਨਹੀਂ ਤਾਕਤੇ ਪਰਵਾਜ਼ ਮਗਰ ਰੱਖਦੀ ਹੈ। ਜਿਹੜੇ ਸਾਡੇ ਬੋਲ ਹੁੰਦੇ ਨੇ ਉਹਨਾਂ 'ਚ ਸੀਡ ਹੁੰਦੇ ਆ। ਗੁਰਦੇਵ ਜੀ ਕਹਿੰਦੇ ਨੇ ਕਿ ਜਿੰਨੀ ਤੂੰ ਡੂੰਘੀ ਗਹਿਰੀ ਅਰਦਾਸ ਕਰੇਂਗਾ, ਜਿੰਨੀ ਅਰਦਾਸ ਤੇਰੇ ਅੰਦਰੋਂ ਹਾਰੇ ਹੋਏ ਮਨ 'ਚੋਂ ਨਿਕਲੂਗੀ, ਉਨੀ ਤੇਰੇ ਵਿੱਚ ਸ਼ਕਤੀ ਆਏਗੀ। ਬਲ ਹੋਆ ਬੰਧਨ ਛੁਟੇ ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਹਾਥ ਮੈਂ। ਹੁਣ ਇਹ ਭਰੋਸਾ ਆ ਗਿਆ, ਭਰੋਸਾ ਬਣ ਆਇਆ, ਤੁਮ ਹੀ ਹੋਤ ਸਹਾਏ। ਅਤੇ ਉਹ ਤੰਦੂਏ ਸਾਨੂੰ ਫਿਰ ਉਦੋਂ ਛੱਡ ਕੇ ਜਾਂਦੇ ਆ। ਗੁਰੂ ਗਰੀਬਨ ਜੀ ਮਹਾਰਾਜ ਕਿਰਪਾ ਕਰਨ, ਸਾਡੇ ਉੱਤੇ ਮਿਹਰ ਭਰਿਆ ਹੱਥ ਰੱਖਣ ਕਿ ਸਾਡਾ ਭਰੋਸਾ ਬਣ ਜਾਵੇ, ਸਾਡਾ ਭਰੋਸਾ ਬਣ ਆਵੇ ਅਤੇ ਸਾਡੇ ਹਿਰਦੇ ਵਿੱਚੋਂ ਇਹ ਅਰਦਾਸ ਨਿਕਲੇ ਕਿ ਸਾਹਿਬ ਨਿਤਾਣਿਆਂ ਕਾ ਤਾਣ, ਜਿਨ੍ਹਾਂ ਦਾ ਕੋਈ ਨਹੀਂ ਹੈਗਾ। ਜਦੋਂ ਇਹ ਭਰੋਸਾ ਬਣ ਆਵੇਗਾ, ਮਹਾਰਾਜ ਕਹਿੰਦੇ ਨੇ ਫਿਰ ਕੀ ਹੋਏਗਾ? ਆ ਜਿਹੜਾ ਤੇਰਾ ਮਨ ਆਏ ਨਾ ਜਾਈ, ਆ ਜਿਹੜਾ ਤੇਰਾ ਮਨ
ਭਟਕਦਾ ਫਿਰਦਾ ਨਾ, ਆਏ ਨਾ ਜਾਈ, ਫਿਰ ਇਹ ਆਏ ਜਾਈ ਨਹੀਂ ਕਰੇਗਾ, ਇਹ ਭਟਕੇ ਰਾਗਾ ਨਹੀਂ, ਕਿਉਂਕਿ ਤੇਰਾ ਭਰੋਸਾ ਬਣ ਜਾਏਗਾ। ਉਸ ਭਰੋਸੇ ਨੇ ਮਨ ਦੇ ਵਿੱਚ ਵੇਟ ਪੈਦਾ ਕਰਨਾ, ਉਹ ਵੇਟ ਪੈਦਾ ਕੀਤਾ ਹੋਇਆ ਮਨ ਨਹੀਂ ਹਿੱਲੇਗਾ। ਮਹਾਰਾਜ ਕਹਿੰਦੇ ਨੇ ਕਿ ਆਏ ਨਾ ਜਾਈ ਥਿਰ ਸਦਾ, ਥਿਰ ਹੋ ਜਾਏਗਾ, ਟਿਕ ਜਾਏਗਾ। ਕਦੋਂ? ਗੁਰ ਸ਼ਬਦੀ, ਗੁਰੂ ਦੇ ਸ਼ਬਦ ਦੇ ਨਾਲ। ਕਿਆ ਬਿਊਟੀ, ਕਿਆ ਬਿਊਟੀ। ਗੁਰ ਸ਼ਬਦੀ ਸੱਚ ਜਾਣ। ਇਹ ਗੱਲ ਮੈਂ ਤੈਨੂੰ ਜਿਹੜੀ ਦੱਸੀ ਆ ਨਾ, ਗੁਰੂ ਅਰਜਨ ਦੇਵ ਜੀ ਕਹਿੰਦੇ ਇਹਨੂੰ ਸੱਚ ਜਾਣੀ। ਨਾਨਕ ਏਵੈ ਜਾਣੀਐ, ਜਿਵੇਂ ਮੈਂ ਤੈਨੂੰ ਦੱਸੀ ਆ ਗੱਲ। ਨਾਨਕ ਏਵੈ ਐਜ ਇਟ ਇਜ਼, ਮੈਂ ਤੈਨੂੰ ਦੱਸੀ ਆ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਜਿਵੇਂ ਮੈਂ ਤੈਨੂੰ ਗੱਲਾਂ ਸਮਝਾਈਆਂ ਨੇ। ਏਵੇ ਦਾ ਮਤਲਬ ਹੁੰਦਾ ਜਿਵੇਂ ਮੈਂ ਤੈਨੂੰ ਦੱਸੀਆਂ ਨੇ ਗੱਲਾਂ। ਹੁਣ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਆਏ ਨਾ ਜਾਈ ਥਿਰ ਸਦਾ, ਟਿਕ ਜਾਏਗਾ ਮਨ ਤੇਰਾ ਜਿਹੜਾ ਭਟਕਦਾ ਫਿਰਦਾ। ਕਦੋਂ ਟਿਕ ਜਾਏਗਾ? ਜਦੋਂ ਤੂੰ ਸਾਹਿਬ ਕਰਕੇ ਮੰਨੇਗਾ ਗੁਰੂ ਨੂੰ। ਸਾਹਿਬ ਨਿਤਾਣੇ, ਮੈਂ ਨਿਤਾਣਾ, ਪਰ ਤੇਰੇ ਮੇਰੇ ਕੋਲ ਜਿਹੜਾ ਤਾਣ ਆ ਉਹ ਤੇਰਾ ਆ। ਇਹ ਭਰੋਸਾ, ਆਏ ਨਾ ਜਾਈ ਥਿਰ ਸਦਾ, ਗੁਰ ਸ਼ਬਦੀ ਸੱਚ ਜਾਣ। ਮੈਂ ਤੈਨੂੰ ਇੱਦਾਂ ਦੱਸੀ ਆ ਗੱਲ। ਗੁਰੂਦੇਵ ਜੀ ਕਿਰਪਾ ਕਰਨ। ਪੜ੍ਹੀ ਸੁਣੀ ਬਾਣੀ ਮੇਰੇ ਹਿਰਦੇ ਵਿੱਚ ਵਸੇ, ਕਿਉਂਕਿ ਇਹ ਜੀਵਨ ਆ ਜਿਹੜਾ, ਇਹ ਵਿਆਖਿਆ ਨੇ ਜਿਹੜੀਆਂ ਆਪਾਂ ਗੱਲਾਂ ਕਰਦੇ ਹਾਂ, ਇਹ ਪ੍ਰੈਕਟੀਕਲ ਜ਼ਿੰਦਗੀ ਆ। ਜਿੰਨਾ ਚਿਰ ਤੱਕ ਅਸੀਂ ਇਹ ਗੁਰੂ ਦੀ ਗੱਲ ਨੂੰ ਪ੍ਰੈਕਟੀਕਲੀ ਜੀਵਾਂਗੇ ਨਹੀਂ ਨਾ, ਉਨਾ ਚਿਰ ਤੱਕ ਕੋਈ ਰਸ ਨਹੀਂ ਬਣਨਾ ਤੇ ਜ਼ਿੰਦਗੀ ਨੀਰਸ ਜੀ, ਬੇਰਸ ਜੀ ਹੋ ਕੇ ਚਲੀ ਜਾਏਗੀ। ਪਰ ਮਹਾਰਾਜ ਕਹਿੰਦੇ ਨੇ ਕਿ ਤੂੰ ਜੀ, ਇੱਦਾਂ ਜੀ ਕਿ ਜਿਹੜਾ ਆਹ ਸਵਾਸ ਆ ਮੇਰੇ ਅੰਦਰ, ਇਹੀ ਆਖਰੀ ਸਵਾਸ ਆ। ਤੇ ਤੇਰੀ ਜ਼ਿੰਦਗੀ ਵਿੱਚ ਕਹਿੰਦਾ ਬਿਊਟੀ ਤੇ ਖੂਬਸੂਰਤੀ ਆਪਣੇ ਆਪ ਆਉਣੀ ਸ਼ੁਰੂ ਹੋ ਜਾਏਗੀ। ਗੁਰੂ ਮਹਾਰਾਜ ਜੀ ਕਿਰਪਾ ਕਰਨ। ਬੇਅੰਤ ਭੁੱਲਾਂ ਚੁੱਕਾਂ ਦੀ क्षमा ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। पाते अपर न तेरी पाते।